ਹੁਣ ਦੀ ਕਾਂਗਰਸ ਨੂੰ ਕਿਵੇਂ ਦੇਖਦੇ ਆ? ਬੇਸ਼ੱਕ ਤੁਸੀਂ ਹੁਣ ਬੀਜੇਪੀ ਨੂੰ ਜੁਆਇਨ ਕਰ ਗਏ ਆ। ਮੈਂ ਬਿਲਕੁਲ ਬੀਜੇਪੀ ਦੇ ਵਿੱਚ ਸ਼ਾਮਿਲ ਹਾਂ ਜੀ। ਜੀ ਜੀ ਫਿੱਕੀ ਲੱਗਦੀ ਹੈ ਜੀ। ਜੀ ਅੱਜ ਦੀ ਕਾਂਗਰਸ ਦੇਖੋ, ਮੈਂ ਤਾਂ ਉਹਨਾਂ ਦੇ ਪਾਰਟੀ ਉਹਨਾਂ ਦੀ ਹੈ, ਆਪ ਉਹਨਾਂ ਦੇ ਉੱਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈ, ਪਰ ਐਜ਼ ਐਨ ਆਊਟਸਾਈਡਰ ਜੀ ਜਿਹੜਾ ਅੰਦਰੂਨ ਦੇ ਵਿੱਚ ਰਿਹਾ ਹੋਏ ਜੀ ਜ਼ਰੂਰ ਅੰਤਰ ਤਾਂ ਇੰਨਾ ਹੀ ਲੱਗਦਾ ਕਿ ਜਨਰਲ ਜ਼ਿਆਦਾ ਨੇ, ਕੰਮ ਕਰਨ ਵਾਲੇ ਘੱਟ ਆ, ਫੌਜਾਂ ਘੱਟ। 2022 ਦੇ ਵਿੱਚ परिस्थिति बहुत अलग थी, ਤੁਹਾਨੂੰ ਪਤਾ ਹੋਏਗਾ। ਇੱਕ ਐਂਟੀ ਸਟੈਬਲਿਸ਼ਮੈਂਟ ਵੋਟ ਖੜੀ ਹੋ ਗਈ ਸੀ। ਜੀ ਜੀ ਉਹਦਾ ਕੀ ਕਾਰਨ ਹੈ ਕੀ ਨਹੀਂ ਹੈ ਉਹ ਤਾਂ ਚਲੋ ਆਪਾਂ ਜੇ ਬਹਿਸ ਕਰੀਏ ਬਹੁਤ ਲੰਬਾ ਸਮਾਂ ਚਾਹੀਦਾ ਹੈ, ਲੇਕਿਨ ਅਲਟੀਮੇਟਲੀ ਇੱਕ ਐਂਟੀ ਸਟੇਟ ਵੋਟ ਜੀ ਤੈਅ ਹੋਈ ਸੀ, ਐਂਟੀ ਸਟੈਬਲਿਸ਼ਮੈਂਟ ਕਹਿ ਲਈਏ ਜੀ, ਤੇ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ। ਉਹ ਤਾਂ ਦੇਖੋ ਸੰਗਰੂਰ ਦੇ ਇਲੈਕਸ਼ਨ ਦੱਸਦਾ ਤੁਹਾਨੂੰ ਜੀ, ਉਹਦੇ ਇਲਾਵਾ ਹੁਣ ਉਹ ਪਤਾ ਲੱਗੂਗਾ ਜੀ। ਅਲਟੀਮੇਟਲੀ ਤਾਂ ਡੈਮੋਕ੍ਰੇਸੀ ਇਜ਼ ਦੀ ਓਨਲੀ ਟੈਸਟ। ਮੈਂ ਸਮਝਦਾ ਬੀਜੇਪੀ ਦੀ ਚੜ੍ਹ ਹੈਗੀ ਹੈ, ਔਰ ਇਹਦੇ ਕਾਰਨ ਇੱਕ ਦੋ ਹੈਗੇ ਹੈ ਜਿਹੜੇ ਇਸ ਸਰਕਾਰ ਦੀ ਨਾਕਾਮੀਆਂ ਦੇ ਬਸ ਕਾਰਨ ਜੀ, ਔਰ ਇੱਕ ਸਾਡੇ ਸੈਂਟਰਲ ਲੀਡਰਸ਼ਿਪ ਜਿਹੜੀ ਇਤਨੀ ਭਾਰੀ ਹੈਗੀ ਹੈ, ਭਾਵੀ ਹੈਗੀ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਜੀ ਜੀ, ਉਹ ਸਾਰੀ ਮੋਦੀ ਸਾਹਿਬ ਦਾ ਨਾਮ ਜੀ, ਤੇ ਸੈਂਟਰਲ ਗਵਰਨਮੈਂਟ ਦੀ ਜਿਹੜੀ ਪਰਫਾਰਮੈਂਸ, ਔਰ ਇੱਕ ਹੋਰ ਜੀ ਕਿ ਅਲਟੀਮੇਟਲੀ ਅਗਰ ਆਪਾਂ ਇੱਕ ਕਰਜ਼ਾਈ ਸੂਬੇ ਨੂੰ ਕਿਤੋਂ ਠੰਡ ਦੀ ਹਵਾ ਦਵਾਣੀ ਹੈ ਜੀ, ਇਕਨੋਮਿਕ ਸੈਂਸ ਦੇ ਵਿੱਚ, ਆਰਥਿਕ ਸੈਂਸ ਦੇ ਵਿੱਚ ਜੀ, ਫਿਰ ਆਪਾਂ ਨੂੰ ਇਹ ਜਿਹੜਾ ਡਬਲ ਇੰਜਨ ਵਾਲਾ ਕੰਮ ਅਪਣਾਉਣਾ ਪਊਗਾ। ਉਹਦੇ ਬਗੈਰ ਚਾਰਾ ਹੈ ਨਹੀਂ। ਫਿਰ ਵੀ ਕਾਂਗਰਸ ਨੂੰ ਸਮਝ ਨਹੀਂ ਲੱਗੀ ਕਿ ਉਹਨਾਂ ਨੂੰ ਕੋਈ परिस्थिति ਨਵੀਂ ਦੱਸ ਪਈ ਪੰਜਾਬ ਦੇ ਵਿੱਚ, ਪਤਾ ਨਹੀਂ ਵੀ ਕੈਪਟਨ ਸਾਹਿਬ ਤੋਂ ਬਿਨਾਂ ਵੀ ਸਾਡਾ ਕੰਮ ਚੱਲ ਸਕਦਾ ਜੀ। ਦਿੱਲੀ ਨੂੰ ਪਤਾ ਨਹੀਂ ਹੁੰਦਾ परिस्थिति ਜ਼ਮੀਨ ਤੇ ਕੀ ਹੁੰਦੀ ਹੈ, ਹਕੀਕਤ ਕੀ ਹੁੰਦੀ ਹੈ। ਮੈਂ ਸੋਚਦਾ ਕਿ ਇਸ ਵਾਰ ਉਹੀ परिस्थिति ਅੱਗੇ ਆਈ ਹੈ। ਕੁਝ ਐਸੇ ਫੋਰਸਿਸ ਸੀਗੀਆਂ ਜਿਨ੍ਹਾਂ ਦੇ ਕੋਈ ਲਕਸ਼ ਕੁਝ ਹੋਰ ਸੇ ਜੀ, ਸਿਆਸਤ ਤੋਂ ਇਲਾਵਾ, ਮਤਲਬ ਨਿਸ਼ਾਨਾ ਬਣਾਉਣ ਨੂੰ, ਉਹ ਆਪਣੇ ਕਾਬਜ਼ ਰਹਿਣ ਨੂੰ ਆਪਣੇ ਲਕਸ਼ ਦੇ ਉੱਤੇ ਜੀ ਇਧਰ ਨੂੰ ਡਾਇਵਰਟ ਕਰਤਾ ਕੰਮ, ਤੇ ਨੁਕਸਾਨ ਉਹਦੇ ਵਿੱਚ ਪਾਰਟੀ ਦਾ ਹੋਇਆ। ਮੈਂ ਸਮਝਦਾ ਪਾਰਟੀ ਦੇ ਸਿਵਾਏ ਪੰਜਾਬ ਦਾ ਵੀ ਹੋਇਆ ਕਿਸੇ ਹੱਦ ਤੱਕ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਸ਼ੇਰਗਿੱਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਅੱਜ ਤੁਹਾਡੇ ਨਾਲ ਇੱਕ ਖਾਸ ਸ਼ਖਸੀਅਤ ਨੂੰ ਰੂਬਰੂ ਕਰਾਉਣ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੋਂ ਹਰ ਕੋਈ ਵਾਕਫ ਆ, ਨਾ ਕੇਵਲ ਪੰਜਾਬ 'ਚ ਹੀ, ਕੇਂਦਰ ਦੀ ਰਾਜਨੀਤੀ ਹੋਵੇ, ਵਰਲਡ ਲੈਵਲ 'ਤੇ ਵੀ ਬਹੁਤ ਹੀ ਚਰਚਿਤ ਚਿਹਰਾ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਰਹੇ 2 ਵਾਰ ਪੰਜਾਬ ਦੇ। ਉਹਨਾਂ ਦੇ ਬੇਟੇ ਰਣਇੰਦਰ ਸਿੰਘ ਅੱਜ ਤੁਹਾਨੂੰ ਉਹਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਨ। ਸਵਾਗਤ ਹੈ ਜੀ ਤੁਹਾਡਾ ਵੈਬ ਟੀਵੀ 'ਤੇ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਰਣਇੰਦਰ ਜੀ, ਪਹਿਲਾਂ ਤਾਂ ਕੈਪਟਨ ਸਾਹਿਬ ਦਾ ਹਾਲ ਦੱਸੋ ਜੀ, ਕਿਵੇਂ ਆ? ਬਹੁਤ ਵਧੀਆ ਜੀ, ਆ ਰਹੇ ਨੇ ਤੁਹਾਡੇ ਪਾਸ 4, 5, 6 ਤਰੀਕ ਨੂੰ ਉਰੇ ਹੀ ਤੁਹਾਡੇ ਨਾਲ ਸਮੇਂ ਕੱਟ ਕੇ ਜਾਏंगे, ਆਪਣੇ ਯੋਗਦਾਨ ਪਾएंगे ਪਾਰਟੀ ਦੇ ਪ੍ਰੋਗਰਾਮ ਦੇ ਵਿੱਚ। ਸਰਗਰਮੀ ਚੱਲ ਰਹੀ ਜੀ ਚੋਣਾਂ ਦੇ ਵਿੱਚ ਉਹਨਾਂ ਦੀ ਪੂਰੀ? ਬਿਲਕੁਲ ਜੀ ਬਿਲकुल। ਪਹਿਲਾਂ ਵੀ ਆਏ ਥੇ ਉਰੇ, ਇੱਕ ਛੋਟਾ ਜਿਹਾ ਪ੍ਰੈਸ ਕਾਨਫਰੰਸ ਕੀਤਾ ਸੀ। 4, 5, 6 ਨੂੰ ਤਾਂ ਇਹਨਾਂ ਦੇ ਪਬਲਿਕ ਪ੍ਰੋਗਰਾਮ ਨੇ। ਅੱਛਾ ਜੀ। ਔਰ ਤੁਸੀਂ ਦੇਖੋਗੇ ਪੂਰੇ ਜੋਰਾਂ ਸ਼ੋਰਾਂ ਨਾਲ ਲੱਗੇ ਨੇ। ਇੱਕ ਨਾਂ ਸੀਗਾ ਜੀ ਕੈਪਟਨ ਸਾਹਿਬ ਦਾ, ਜੇ ਮੈਂ ਗਲਤ ਨਾ ਹੋਵਾਂ ਤਾਂ 2021 ਤੱਕ ਵੀ ਬਹੁਤ ਜ਼ਿਆਦਾ ਸੀ, ਔਰ ਕਾਂਗਰਸ ਵੀ ਜ਼ਿਆਦਾ ਬੇਸਡ ਉਹਨਾਂ ਦੇ ਉੱਤੇ ਹੀ ਸੀ। ਜੇ ਮੈਂ ਦੇਖਾਂ ਪੰਜਾਬ ਦੇ ਵਿੱਚ, ਚਾਹੇ ਉਹਨਾਂ ਨੂੰ ਚੱਕ ਕੇ ਅੰਮ੍ਰਿਤਸਰ ਦੇ ਵਿੱਚ ਲਿਆ ਕੇ ਇੱਕਦਮ ਟਾਈਟ ਫਾਈਟ ਦੇ ਵਿੱਚ ਖੜਾ ਕਰਤਾ ਸੀਗਾ ਤਾਂ ਵੀ ਜਿੱਤ ਗਏ ਸੀਗੇ। ਤੇ ਉਸ ਦੇ ਕੰਪੈਰੀਜ਼ਨ ਲਈ ਹੁਣ ਦੀ ਕਾਂਗਰਸ ਨੂੰ ਕਿਵੇਂ ਦੇਖਦੇ ਆ? ਬੇਸ਼ੱਕ ਤੁਸੀਂ ਹੁਣ ਬੀਜੇਪੀ ਨੂੰ ਜੁਆਇਨ ਕਰ ਗਏ ਆ। ਮੈਂ ਬਿਲਕੁਲ ਬੀਜੇਪੀ ਦੇ ਵਿੱਚ ਸ਼ਾਮਿਲ ਹਾਂ ਜੀ। ਜੀ ਜੀ ਫਿੱਕੀ ਲੱਗਦੀ ਹੈ ਜੀ। ਅੱਜ ਦੀ ਕਾਂਗਰਸ ਦੇਖੋ, ਮੈਂ ਤਾਂ ਉਹਨਾਂ ਦੇ ਪਾਰਟੀ ਉਹਨਾਂ ਦੀ ਹੈ, ਆਪ ਉਹਨਾਂ ਦੇ ਉੱਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈ, ਪਰ ਐਜ਼ ਐਨ ਆਊਟਸਾਈਡਰ ਜੀ ਜਿਹੜਾ ਅੰਦਰੂਨ ਦੇ ਵਿੱਚ ਰਿਹਾ ਹੋਏ ਜੀ ਜ਼ਰੂਰ ਅੰਤਰ ਤਾਂ ਇੰਨਾ ਹੀ ਲੱਗਦਾ ਕਿ ਜਨਰਲ ਜ਼ਿਆਦਾ ਨੇ, ਕੰਮ ਕਰਨ ਵਾਲੇ ਘੱਟ ਆ, ਫੌਜਾਂ ਘੱਟ ਨੇ। ਪਰ ਇਹ ਕਾਂਗਰਸ ਨੇ ਇਦਾਂ ਕਿਉਂ ਇਦਾਂ ਕੀਤਾ? 2002 ਦੇ ਵਿੱਚ ਜੇ ਕਾਂਗਰਸ ਨੂੰ ਪੰਜਾਬ 'ਚ ਖੜਾ ਕੀਤਾ ਸੀ ਤਾਂ ਉਹ ਕੈਪਟਨ ਸਾਹਿਬ ਨੇ ਕੀਤਾ ਸੀ। ਉਸ ਤੋਂ ਬਾਅਦ ਲਗਾਤਾਰ ਲੜਾਈ ਲੜਦੇ ਆਏ ਆ। 17 ਦੇ ਵਿੱਚ ਆ ਕੇ ਉਹਨਾਂ ਨੇ ਇਹੋ ਜਿਹੀ ਫਾਈਟ ਦਿੱਤੀ ਕਿ ਬਹੁਤ ਵੱਡੇ ਮਾਰਜਨ ਨਾਲ, ਜ਼ਿਆਦਾ ਸੀਟਾਂ ਨਾਲ ਫਿਰ ਕਮਬੈਕ ਕਰਕੇ ਆਏ ਆ। ਫਿਰ ਵੀ ਕਾਂਗਰਸ ਨੂੰ ਸਮਝ ਨਹੀਂ ਲੱਗੀ ਕਿ ਉਹਨਾਂ ਨੂੰ ਕੋਈ परिस्थिति ਨਵੀਂ ਦੱਸ ਪਈ ਪੰਜਾਬ ਦੇ ਵਿੱਚ, ਪਤਾ ਨਹੀਂ ਵੀ ਕੈਪਟਨ ਸਾਹਿਬ ਤੋਂ ਬਿਨਾਂ ਵੀ ਸਾਡਾ ਕੰਮ ਚੱਲ ਸਕਦਾ। ਦਿੱਲੀ ਨੂੰ ਪਤਾ ਨਹੀਂ ਹੁੰਦਾ परिस्थिति ਜ਼ਮੀਨ ਤੇ ਕੀ ਹੁੰਦੀ ਹੈ, ਹਕੀਕਤ ਕੀ ਹੁੰਦੀ ਹੈ। ਮੈਂ ਸੋਚਦਾ ਕਿ ਇਸ ਵਾਰ ਉਹੀ परिस्थिति ਅੱਗੇ ਆਈ ਹੈ। ਕੁਝ ਐਸੇ ਫੋਰਸਿਸ ਸੀਗੀਆਂ ਜਿਨ੍ਹਾਂ ਦੇ ਕੋਈ ਲਕਸ਼ ਕੁਝ ਹੋਰ ਸੇ ਜੀ, ਸਿਆਸਤ ਤੋਂ ਇਲਾਵਾ, ਮਤਲਬ ਨਿਸ਼ਾਨਾ ਬਣਾਉਣ ਨੂੰ, ਉਹ ਆਪਣੇ ਕਾਬਜ਼ ਰਹਿਣ ਨੂੰ
ਆਪਣੇ ਲਕਸ਼ ਦੇ ਉੱਤੇ ਜੀ ਇਧਰ ਨੂੰ ਡਾਇਵਰਟ ਕਰਤਾ ਕੰਮ, ਤੇ ਨੁਕਸਾਨ ਉਹਦੇ ਵਿੱਚ ਪਾਰਟੀ ਦਾ ਹੋਇਆ। ਮੈਂ ਸਮਝਦਾ ਪਾਰਟੀ ਦੇ ਸਿਵਾਏ ਪੰਜਾਬ ਦਾ ਵੀ ਹੋਇਆ ਕਿਸੇ ਹੱਦ ਤੱਕ। ਜੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੇ। ਰਾਈਫਲ ਐਸੋਸੀਏਸ਼ਨ ਦੇ ਤੁਸੀਂ ਕਾਫੀ ਲੰਬਾ ਸਮਾਂ ਪ੍ਰਧਾਨ ਵੀ ਰਹੇ ਆ, ਸ਼ੂਟਿੰਗ ਫੈਡਰੇਸ਼ਨ ਦੇ ਨਾਲ ਵੀ ਜੁੜੇ ਰਹੇ, ਸਪੋਰਟਸ ਨਾਲ ਕਾਫੀ ਤੁਹਾਡਾ ਲਗਾਵ ਹੈ, ਤੇ ਇਹ ਪੋਲੀਟੀਕਲ ਔਰ ਸਪੋਰਟਸ ਦੇ ਵਿੱਚ ਬੈਲੈਂਸ ਕਿਵੇਂ ਰੱਖਦੇ ਜੀ? ਸਪੋਰਟਸ ਦੇਖੋ ਜੀ, ਇੱਕ ਵੋਲੰਟਰੀ ਮੂਵਮੈਂਟ ਹੈ ਜੀ, ਕਿਸੇ ਦੀ ਨਿੱਜੀ ਸੰਪत्ति ਨਹੀਂ ਹੁੰਦੀ। ਜੀ 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 ਜਿਵੇਂ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਹੁੰਦੀ ਹੈ, ਕਿਸੇ ਦੀ ਨਿੱਜੀ ਨਹੀਂ ਹੁੰਦੀ, ਸਾਰਿਆਂ ਦੀ ਸਾਂਝੀ ਹੁੰਦੀ ਹੈ ਜੀ। ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਵੀ ਇਹੀ ਹੁੰਦਾ ਜੀ, ਤੇ ਇਹਨੂੰ ਬੈਲੈਂਸ ਕਰਨਾ ਬੜਾ ਸੌਖਾ ਹੈ। ਅੰਤਰਿਕ ਹੈ ਜੀ ਕਿ ਸਪੋਰਟਸ ਦੇ ਵਿੱਚ ਨਤੀਜਾ ਤੁਰੰਤ ਆ ਜਾਂਦਾ ਹੈ, ਤੁਰੰਤ ਆ ਜਾਂਦਾ, ਤੇ ਸਿਆਸਤ ਦੇ ਵਿੱਚ ਥੋੜਾ ਜਿਹਾ ਵੇਟ ਕਰਨੀ ਪੈਂਦੀ, ਇੰਤਜ਼ਾਰ ਕਈ ਵਾਰੀ ਵੇਟ ਲੰਬੀ ਵੀ ਹੋ ਜਾਂਦੀ ਹੈ, ਕਈ ਵਾਰ ਲੇਟ। ਅੱਜ ਕੱਲ੍ਹ ਕੀ ਰੁਝਾਨ ਹੈ ਜੀ? ਅੱਜ ਕੱਲ੍ਹ ਤਾਂ ਦੇਖੋ ਜੀ, ਮੈਂ ਪਿਛਲੇ 10 ਦਿਨ ਪਹਿਲਾਂ ਮੈਂ ਨੈਸ਼ਨਲ ਰਾਈਫਲ ਦਾ ਪ੍ਰਧਾਨਗੀ ਛੱਡੀ। ਜੀ ਜੀ ਮੇਰਾ ਟੈਨਿਓਰ ਖਤਮ ਹੋ ਗਿਆ ਸੀ 12 ਸਾਲ ਦਾ ਸਰਕਾਰ ਦੇ ਨਾਲ। ਖੈਰ ਉਹਦੇ ਵਿੱਚ ਥੋੜਾ ਜਿਹਾ ਸਾਡਾ ਅੰਡਰਸਟੈਂਡਿੰਗ ਪੂਰੀ ਇੱਕ ਨਹੀਂ ਸੀਗੀ, ਲੇਕਿਨ ਮੈਨੇ ਛੱਡੀ ਕਿਉਂਕਿ ਮੈਂ ਸਮਝਦਾ ਕਿ ਇਹ ਓਲੰਪਿਕ ਈਅਰ ਹੈ। ਸਾਡੇ ਜਿਹੜੇ ਪ੍ਰਤਿਆਸ਼ੀ ਅੱਗੇ ਜਾਣਗੇ, ਸਾਡੇ ਐਥਲੀਟ ਜਿਹੜੇ ਜਾਣਗੇ, ਉਹਨਾਂ ਨੂੰ ਪੂਰੀ ਸਪੋਰਟ ਮਿਲਣੀ ਚਾਹੀਦੀ ਹੈ ਵਿਦਆਊਟ ਐਨੀ ਹਿਕਅਪ। ਤੇ ਉਸ ਦੇ ਬਾਅਦ ਮੈਂ ਛੱਡੀ। ਹੁਣ ਨਵੀਂ ਸਾਡੀ ਪ੍ਰਧਾਨਗੀ ਆਈ ਹੈ, ਪ੍ਰਧਾਨ ਆਏ ਨੇ ਕਲਿਕੇਸ਼ ਨਾਰਾਇਣ ਸਿੰਘ, ਜੋ ਮੇਰੇ ਖਿਆਲ ਬਹੁਤ ਅੱਛੀ ਤਰ੍ਹਾਂ ਚਲਾएंगे ਔਰ ਸਰਕਾਰ ਦਾ ਪੂਰਾ ਸਹਿਯੋਗ ਹੈ, ਚੱਲੇਗਾ ਜੀ। ਬਿਲਕੁਲ, ਇਹ ਅਸੀਂ ਤਾਂ ਹੈਗਾ ਹੀ ਹੈ ਜਿਹੜਾ ਇਹ ਪੈਸ਼ਨ ਹੁੰਦਾ ਹੈ ਜੀ। ਬਿਲਕੁਲ, ਜਿਹਨੇ ਬੰਦੇ ਨੂੰ ਕਿਸੇ ਚੀਜ਼ ਦਾ ਪੈਸ਼ਨ ਹੋਵੇ, ਬਿਲਕੁਲ ਠੀਕ, ਉਹ ਚਾਹੇ ਫੀਤਾ ਹੋਵੇ ਨਾ ਹੋਵੇ, ਉਹ ਪੈਸ਼ਨ ਤਾਂ ਨਹੀਂ ਮਰਦਾ ਨਹੀਂ। ਬਿਲਕੁਲ ਠੀਕ ਆ। ਮਹਾਰਾਣੀ ਪ੍ਰਨੀਤ ਕੌਰ ਬਾਰੇ ਜੇ ਮੈਂ ਗੱਲ ਕਰਾਂ, ਉਹ ਹਾਲੇ ਵੀ ਕਾਂਗਰਸ ਹੀ ਅਖਵਾਉਂਦੇ ਆ, ਉਹ ਕਿਸ ਤਰੀਕੇ ਨਾਲ ਹਜੇ ਤੱਕ ਮਤਲਬ ਜੁੜੇ ਰਹੇ ਆ? ਕਈ ਵਾਰੀ ਤਾਂ ਪਿੱਛੇ ਜੇ ਹੋ ਗਿਆ ਸੀਗਾ ਕਿ ਸ਼ਾਇਦ ਚੱਲੇ ਬੀਜੇਪੀ ਦੇ ਵਿੱਚ, ਤੇ ਹਜੇ ਮਨ ਨਹੀਂ ਬਣਿਆ ਜਾਂ ਕੋਈ ਇਹੋ ਜਿਹੀ ਸਥਿਤੀ ਨਹੀਂ ਬਣੀ ਜੀ? नहीं ऐसी बात नहीं है। आई थिंक उन्होंने बारे मैं क्या टिप्पणी करा जी? देखो, एक तरफ मेरी माता जी भी ने, जी जी जी, एक तरफ सीनियर लीडर ने जी। बिल्कुल, तो मैं एडा सीनियर बंदा है नहीं कि इसके ऊपर टिप्पणी कर। जब थोड़े पास अपने थोड़े नाल रूबरू होंगे आप पूछ ਲਾਂਗੇ। ਬਿਲकुल ਬਿਲकुल ਠੀਕ ਹੈ ਜੀ, ਤੁਹਾਡੀ ਗੱਲ ਵੀ ਉਧਰਲੇ ਪਾਸੇ ਨਾ ਹੀ ਛੜੀਏ ਚੰਗਾ ਹੈ। ਚਲੋ, ਤੇ ਸਿਆਸਤ ਵਾਲੇ ਪਾਸੇ ਆਉਣਾ, ਮੈਂ ਖਾਸ ਕਰਕੇ ਜਲੰਧਰ ਫੋਕਸ ਆਊਂਗਾ। ਓਬਵੀਅਸਲੀ ਤੁਸੀਂ ਹੁਣ ਜਦੋਂ ਬੀਜੇਪੀ ਦੇ ਲੀਡਰ ਹੋ ਤੇ ਪ੍ਰਚਾਰ ਤਾਂ ਕਰਨਾ ਹੀ ਹੋਊਗਾ। ਕੀ ਇੱਥੇ ਤੁਹਾਡਾ ਪ੍ਰਚਾਰ ਦੀ ਡਿਊਟੀ ਕੀ ਲਈ ਹੈ ਜੀ ਬੀਜੇਪੀ ਵਾਲਿਆਂ ਨੇ? ਜੀ ਪਹਿਲਾਂ ਤਾਂ ਜਿਹੜੇ ਸੈੱਲ ਇਹਨਾਂ ਨੇ ਮੈਨੂੰ ਆਈਡੈਂਟੀਫਾਈ ਕੀਤੇ ਨੇ ਐਕਟੀਵੇਟ ਕਰਨ ਵਾਸਤੇ, ਉਹ ਕਰ ਰਹੇ ਸੀ ਜੀ। ਉਹਦੇ ਬਾਅਦ ਸਾਨੂੰ ਡੇ ਬਾਈ ਡੇ ਜੋ ਪ੍ਰਚਾਰਕ ਦੇ ਰੂਪ 'ਚ ਸਾਡੀ ਜ਼ਿੰਮੇਵਾਰੀ ਲੱਗੀ ਹੈ, ਅਸੀਂ ਪੂਰੀ ਨਿਭਾਵਾਂਗੇ। ਉਹ ਦੇ ਰਹੇ ਨੇ, ਅਗਲੇ 1-2 ਦਿਨਾਂ 'ਚੋਂ ਦੇਣਗੇ। ਉਸ ਤੋਂ ਪਹਿਲਾਂ ਜੋ ਜ਼ਿੰਮੇਵਾਰੀ ਲਗਾਈ ਹੈ ਉਹ ਨਿਭਾ ਰਹੇ। ਅੱਜ ਹੀ ਤੁਸੀਂ ਬੀਜੇਪੀ ਨੇ ਇੱਥੇ ਜਲੰਧਰ ਦੇ ਵਿੱਚ ਆਪਣੀ ਕੈਂਪੇਨ ਨੂੰ ਡਿਜੀਟਲਾਈਜ਼ ਕਰਤਾ ਜੀ, ਇਹਦੇ ਬਾਰੇ ਕੁਝ ਹੈ ਜਾਣਕਾਰੀ ਦੱਸ ਸਕਦੇ? ਅੱਛੀ ਬਾਤ ਹੈ ਕਿਉਂਕਿ ਦੇਖੋ, ਪੰਜਾਬ ਤਾਂ ਹੁਣ ਸਾਰਾ ਹੀ ਸੋਸ਼ਲ ਮੀਡੀਆ ਨਾਲ ਤਕਰੀਬਨ ਪਰਿਚੈ ਹੈਗਾ ਸਾਰਿਆਂ ਦਾ, ਤੇ ਇਹ ਇੱਕ ਇਨ ਡੈਪਥ ਰੀਚ ਕਰਨ ਵਾਸਤੇ ਵੀ ਬੜਾ ਇੱਕ ਹਥਿਆਰ ਹੈ ਜੀ। ਪਬਲਿਕ ਆਰਗੇਨਾਈਜੇਸ਼ਨਸ ਜਿਹਦੇ ਵਿੱਚ ਪੋਲੀਟੀਕਲ ਪਾਰਟੀਜ਼ ਵੀ ਆਉਂਦੀਆਂ ਨੇ, ਜਿਹਨੂੰ ਇਸਤੇਮਾਲ ਕਰਕੇ ਆਪਣਾ ਪੱਖ ਰੱਖਿਆ ਜਾ ਸਕਦਾ ਬੜੇ ਵਿਸਤਾਰ ਨਾਲ। ਜੇ ਥੋੜਾ ਜਲੰਧਰ 'ਚ ਘੁੰਮੇ ਹੋਵੋ ਤਾਂ ਕੀ ਲੱਗਦਾ ਜੀ ਤੁਹਾਨੂੰ, ਕੀ ਸਥਿਤੀ ਹੈ ਜੀ ਘੱਟੋ ਘੱਟ ਆਪਣੇ ਬੀਜੇਪੀ ਬਾਰੇ? ਮੈਂ ਸਮਝਦਾ ਬੀਜੇਪੀ ਦੀ ਚੜ੍ਹ ਹੈਗੀ ਹੈ, ਔਰ ਇਹਦੇ ਕਾਰਨ ਇੱਕ ਦੋ ਹੈਗੇ ਹੈ ਜਿਹੜੇ ਇਸ ਸਰਕਾਰ ਦੀ ਨਾਕਾਮੀਆਂ ਦੇ ਬਸ ਕਾਰਨ ਜੀ, ਔਰ ਇੱਕ ਸਾਡੇ ਸੈਂਟਰਲ ਲੀਡਰਸ਼ਿਪ ਜਿਹੜੀ ਇਤਨੀ ਭਾਰੀ ਹੈਗੀ ਹੈ, ਭਾਵੀ ਹੈਗੀ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਜੀ ਜੀ, ਉਹ ਸਾਰੀ ਮੋਦੀ ਸਾਹਿਬ ਦਾ ਨਾਮ ਜੀ, ਤੇ ਸੈਂਟਰਲ ਗਵਰਨਮੈਂਟ ਦੀ ਜਿਹੜੀ ਪਰਫਾਰਮੈਂਸ, ਔਰ ਇੱਕ ਹੋਰ ਜੀ ਕਿ ਅਲਟੀਮੇਟਲੀ ਅਗਰ ਆਪਾਂ ਇੱਕ ਕਰਜ਼ਾਈ ਸੂਬੇ ਨੂੰ ਕਿਤੋਂ ਠੰਡ ਦੀ ਹਵਾ ਦਵਾਣੀ ਹੈ ਇਕਨੋਮਿਕ ਸੈਂਸ ਦੇ ਵਿੱਚ, ਆਰਥਿਕ ਸੈਂਸ ਦੇ ਵਿੱਚ ਜੀ, ਫਿਰ ਆਪਾਂ ਨੂੰ ਇਹ ਜਿਹੜਾ ਡਬਲ ਇੰਜਨ ਵਾਲਾ ਕੰਮ ਅਪਣਾਉਣਾ ਪਊਗਾ। ਉਹਦੇ ਬਗੈਰ ਚਾਰਾ ਹੈ ਨਹੀਂ ਜੀ ਜੀ ਜੀ। ਚਾਹੇ ਉਹ ਗੁਜਰਾਲ ਸਾਹਿਬ ਹੋਣ, ਉਹਨਾਂ ਨੇ ਪੰਜਾਬ ਦੇ ਵਾਸਤੇ ਕੀਤਾ, ਚਾਹੇ ਉਹ ਵਾਜਪਾਈ ਸਾਹਿਬ ਹੋਣ, ਸਾਰਾ ਕੁਝ ਅਲਾਇੰਸ ਜਾਂ ਕੋਈ ਨਿੱਜੀ ਜਿਹੜੀ ਪਕੜ ਸੀਗੀ ਪ੍ਰਾਂਤ ਦੇ ਨਾਲ, ਉਹਦੇ ਕਾਰਨ ਆਇਆ ਸੀ ਜੀ, ਤੇ ਹੁਣ ਵੀ ਇਹੀ ਹੋਊਗਾ ਜੀ। ਪਰ ਡਬਲ ਇੰਜਨ ਵਾਲੀ ਜੇ ਗੱਲ ਕਰਾਂ ਤਾਂ 2022 ਦੇ ਵਿੱਚ ਨਹੀਂ ਰਿਸਪੌਂਸ ਦੇ ਸਕੇ ਲੋਕ, ਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਕਿਵੇਂ ਤੁਸੀਂ ਆਸ ਰੱਖਦੇ? ਦੇਖੋ 2022 ਦੇ ਵਿੱਚ ਪਰਿਸਥਿਤੀ ਬਹੁਤ ਅਲੱਗ ਸੀ, ਤੁਹਾਨੂੰ ਪਤਾ ਹੋਏਗਾ। ਇੱਕ ਐਂਟੀ ਸਟੈਬਲਿਸ਼ਮੈਂਟ ਵੋਟ ਖੜੀ ਹੋ ਗਈ ਸੀ ਜੀ ਜੀ। ਉਹਦਾ ਕੀ ਕਾਰਨ ਹੈ ਕੀ ਨਹੀਂ ਹੈ, ਉਹ ਤਾਂ ਚਲੋ ਆਪਾਂ ਜੇ ਬਹਿਸ ਕਰੀਏ ਬਹੁਤ ਲੰਬਾ ਸਮਾਂ ਚਾਹੀਦਾ ਹੈ, ਲੇਕਿਨ ਅਲਟੀਮੇਟਲੀ ਇੱਕ ਐਂਟੀ ਵੋਟ, ਐਂਟੀ ਸਟੇਟ ਵੋਟ ਜੀ ਤੈਅ ਹੋਈ ਸੀ, ਐਂਟੀ ਸਟੈਬਲਿਸ਼ਮੈਂਟ ਕਹਿ ਲਈਏ ਜੀ, ਤੇ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲਿਆ, ਤੇ ਉਹਨੂੰ ਕਵਰ
ਕਰ ਸਕੇ ਜੀ, ਕਿੰਨਾ ਕੁ ਕਰ ਸਕਿਆ ਬੀਜੇਪੀ, ਕਿੰਨੀ ਕੁ ਕਰ ਸਕੀ ਆ? ਉਹ ਤਾਂ ਦੇਖੋ ਸੰਗਰੂਰ ਦੇ ਇਲੈਕਸ਼ਨ ਦੱਸਦਾ ਤੁਹਾਨੂੰ ਜੀ, ਉਹਦੇ ਇਲਾਵਾ ਹੁਣ ਉਰੇ ਪਤਾ ਲੱਗੂਗਾ ਜੀ। ਅਲਟੀਮੇਟਲੀ ਤਾਂ ਡੈਮੋਕ੍ਰੇਸੀ ਇਜ਼ ਦੀ ਓਨਲੀ ਟੈਸਟ। ਜੀ ਬਿਲਕੁਲ। ਐਂਡ ਐਕਸਰਸਾਈਜ਼ ਆਫ ਫਰੈਂਚਾਈਜ਼ ਇਜ਼ ਦੀ ਓਨਲੀ ਵੈਪਨ ਦੈਟ ਇਨ ਡੈਮੋਕ੍ਰੇਸੀ ਯੂ ਹੈਵ। ਜਿਹੜੀ ਅੱਜ ਡਿਜੀਟਲ ਵੈਨ ਇਹਨਾਂ ਨੇ ਜਾਰੀ ਕੀਤੀ ਆ, 9 ਹਲਕਿਆਂ ਦੇ ਵਿੱਚ 9 ਵੈਨਾਂ ਤੋਰੀਆਂ, ਜਿਹਦੇ ਦੇ ਉੱਤੇ ਬੀਜੇਪੀ ਦੇ ਕੀਤੇ ਹੋਏ ਸੈਂਟਰ ਗੌਰਮੈਂਟ ਦੇ ਕੰਮਾਂ ਦਾ, ਪ੍ਰਧਾਨ ਮੰਤਰੀ ਮੋਦੀ ਦੀਆਂ ਪਾਲਿਸੀਆਂ ਦਾ ਆ। ਕੀ ਲੱਗਦਾ ਜੀ ਇਹਨਾਂ ਨੇ ਇਸ ਮੋਦੀ ਸਾਹਿਬ ਕਿੰਨਾ ਕੁ ਜਲੰਧਰ ਦੇ ਵਿੱਚ ਉਹਨਾਂ ਦਾ ਜਿਹੜਾ ਪਿੱਛੋਂ ਤੁਸੀਂ ਕਹਿੰਦੇ ਪਏ ਇੱਕ ਐਂਟੀ ਵੇਵ ਸੀਗੀ, ਉਹਨੂੰ ਕਵਰ ਅਪ ਕਰਨ ਦੇ ਵਿੱਚ ਕਿੰਨੇ ਕੁ ਮੋਦੀ ਸਾਹਿਬ ਕਾਮਯਾਬ ਰਹੇ? ਹੁਣ ਤੋਂ ਦੇਖਣ ਚਾਹੁੰਦੀ ਹੈ, ਮੈਂ ਜਲੰਧਰ ਦਾ ਤਾਂ ਖਾਸ ਕਹਿ ਨਹੀਂ ਸਕਦਾ, ਪਰ ਜਿਹੜੇ ਬਾਕੀ ਪੰਜਾਬ ਦੇ ਇਲਾਕੇ ਨੇ ਜੀ ਜੀ, ਉਹ ਗੱਲ ਹੁਣ ਇੰਨੀ ਹੈ ਨਹੀਂ ਜਿਹੜੀ ਪਹਿਲਾਂ ਸੀ। ਠੀਕ ਹੈ ਜੀ। ਪਹਿਲਾਂ ਤਾਂ ਤੁਸੀਂ ਸੰਗਰੂਰ ਦੇ ਵਿੱਚ ਤੁਸੀਂ ਦੇਖ ਲਿਆ ਕਿ ਉਹ ਗੱਲ ਜੀ ਕਾਫੀ ਦਬ ਗਈ ਸੀ ਜੀ। ਹੁਣ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਜਿਸ ਦੇ ਬੇਸ ਤੇ ਇਹ ਵੋਟ ਸਰਕਾਰ ਚਾਹੀ ਜੀ, ਉਹ ਕਿਸ ਹੱਦ ਤੱਕ ਉਹ ਪੂਰੇ ਕਰ ਸਕੇ ਨੇ, ਉਸ ਦਾ ਕੀ ਅੱਗੇ ਨਿਰਾਸ਼ਾ ਜਾਂ ਆਸ਼ਾ ਰਹਿੰਦੀ ਹੈ ਲੋਕਾਂ ਦੇ ਮਨਾਂ 'ਚ, ਉਹ ਹੁਣ ਸਿੱਧ ਹੋਏਗਾ ਜੀ। ਕੈਂਡੀਡੇਟ ਤੁਹਾਡਾ ਇੰਦਰ ਇਕਬਾਲ ਸਿੰਘ ਅਟਵਾਲ ਜੀ, ਕਿਵੇਂ ਦਾ ਦੇਖਦੇ ਜੀ ਉਹਨੂੰ? ਬਹੁਤ ਅੱਛਾ ਪਰਿਵਾਰ ਹੈ ਜੀ ਉਹਨਾਂ ਦਾ। ਦੇਖੋ ਉਹਨਾਂ ਦੇ ਡਿਪਟੀ ਸਪੀਕਰ ਰਹੇ ਉਹਨਾਂ ਦੇ ਪਿਤਾ ਜੀ, ਹਾਂਜੀ, ਤੇ ਬੜਾ ਅੱਛਾ ਲੋਕ ਸਭਾ ਚੋਣ ਜਿੱਤਦੇ ਵੀ ਰਹੇ। ਬਿਲਕੁਲ, ਪਿਛਲੇ ਵਾਰੀ ਇਸ ਇਲਾਕੇ ਦੇ ਨਾਲ ਉਹਨਾਂ ਦੀ ਚੰਗੀ ਉਹਨਾਂ ਦੀ ਤਾਨਬਾਨ ਰਹੀ ਹੈ, ਸਾਫ ਸੁਥਰਾ ਚਿਹਰਾ। ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਪਾਰਟੀ ਇਸ ਚੋਜ਼ਨ ਵੈਲ, ਰਿਸਪੌਂਸ ਮਿਲ ਰਿਹਾ ਵਧੀਆ ਜੀ, ਮਿਲ ਰਿਹਾ ਜੀ, ਮਿਲ ਰਿਹਾ, ਬਿਲਕੁਲ ਮਿਲ ਰਿਹਾ। ਤੇ ਮੈਂ ਸਮਝਦਾ ਦੇਖੋ ਬੜੇ ਅਜੂਬੇ ਰਿਜ਼ਲਟ ਨਿਕਲਣਗੇ ਦੇਖਣ ਨੂੰ, ਇਹਦੇ ਫੈਕਟਰ ਕਾਫੀ ਹੈ ਨੇ। ਵੋਟਰਾਂ ਦੀ ਕੀ ਤੁਹਾਨੂੰ ਮਨੋਸਥਿਤੀ ਕੀ ਲੱਗਦੀ ਜੀ ਵੋਟਰਾਂ ਦੀ, ਜੇ ਤੁਸੀਂ ਕਿਤੇ ਮਿਲੇ ਹੋਵੋ ਤਾਂ? ਕੁਛ ਤਾਂ ਬਹੁਤ ਖੁਸ਼ ਨੇ, ਅੱਛਾ ਜੀ, ਮਿਲ ਕੇ ਜੀ। ਬਾਕੀ ਲੋਕ ਬਾਈ ਐਂਡ ਲਾਰਜ ਹਾਲੀ ਸਾਇਲੈਂਟ ਨੇ ਜੋ ਦੇਖਣ ਨੂੰ ਆ ਰਿਹਾ। ਤਾਂ ਦਿਨ ਤਾਂ ਥੋੜੇ ਰਹਿ ਗਏ ਜੀ, 10 ਦਿਨ ਰਹਿ ਗਏ ਸਾਰੇ ਆਣਗੇ। ਦੇਖੋ ਹੁਕੂਮਤ ਦੇ ਖਿਲਾਫ ਅਗਰ ਕਿਸੇ ਨੇ ਜਾਂ ਕੋਈ ਐਂਟੀ ਇਨਕੰਬੈਂਸੀ ਹੋਏ ਉਹਦੇ ਮੁਤਾਬਿਕ ਚੱਲਣਾ ਹੋਏ ਤਾਂ ਫਿਰ ਉਹ ਜ਼ਿਆਦਾ ਉੱਭਰ ਕੇ ਨਹੀਂ ਆਉਂਦੇ ਹੁੰਦੇ ਲੋਕ। ਮੈਂ ਅੱਗੇ ਤਾਂ ਪਾਰਟੀ ਨਾਲ ਕੰਪੈਰੀਜ਼ਨ ਕੀਤਾ ਸੀ, ਹੁਣ ਸਰਕਾਰ ਨਾਲ ਕੰਪੈਰੀਜ਼ਨ ਕਰਨਾ ਚਾਹੁੰਦਾ। ਕੈਪਟਨ ਸਾਹਿਬ ਦੇ ਉਹ 4 ਸਾਢੇ 4 ਸਾਲ ਚਾਹੇ 5 ਸਾਲ ਹੀ ਲਾ ਲਓ, ਤੇ ਹੁਣ ਦਾ ਜਿਹੜਾ 1 ਸਾਲ ਆਮ ਆਦਮੀ ਪਾਰਟੀ ਦਾ, ਕਿਵੇਂ ਕੰਪੈਰੀਜ਼ਨ ਕਰੋਗੇ ਜੀ? ਆਈ ਥਿੰਕ ਕੰਪੈਰੀਜ਼ਨ ਹੋ ਹੀ ਨਹੀਂ ਸਕਦੀ ਜੀ, ਕਿਉਂਕਿ ਜਿਹੜੀ ਪਾਲਿਸੀ 4.5 ਸਾਲ ਤੋਂ ਨਿਖਰ ਕੇ ਆਉਂਦੀਆਂ ਨੇ ਜੀ, ਡਿਬੇਟ ਹੋ ਕੇ, ਇੰਪਲੀਮੈਂਟ ਹੋ ਕੇ, ਉਹਦੀ ਐਡਜਸਟਮੈਂਟ ਕਰਕੇ ਔਰ ਡਿਲੀਵਰੀ ਤੱਕ, ਹਾਲੇ ਇਹ ਉਸ ਪੁਆਇੰਟ ਤੱਕ ਪਹੁੰਚੇ ਨਹੀਂ। ਕੀ ਲੱਗਦਾ ਜੀ 1 ਸਾਲ ਦੇ ਵਿੱਚ ਕਿਉਂ ਫੇਲ ਹੋ ਗਏ ਜੀ ਇੰਨੇ? ਇਹ ਤਾਂ ਜੀ ਇਹਨਾਂ ਨੂੰ ਹੀ ਪੁੱਛੋ ਜੀ, ਪਰ ਮੈਂ ਸਮਝਦਾ ਕਿ ਕਿਹੜੇ ਤਜਰਬਾ ਹੋਣਾ ਚਾਹੀਦਾ ਜੀ, ਐਕਸਪੀਰੀਅੰਸ ਹੈ ਨਹੀਂ, ਤਜਰਬਾ ਹੋਣਾ ਚਾਹੀਦਾ। ਤਜਰਬੇ ਤੋਂ ਇਹ ਮਾਰ ਖਾ ਰਹੇ ਨੇ। ਦੂਸਰੇ ਮੈਂ ਨਹੀਂ ਕਹਿੰਦਾ ਕਿ ਸਾਰੇ ਐਸੇ ਨੇ, ਕਈ ਵਾਰ ਕੰਮ ਚਲਾਉਣ ਵਾਲੇ ਤਾਂ ਕੁਝ ਗਿਣਤੀ ਦੇ ਹੁੰਦੇ ਆ ਜੀ, ਬਾਕੀ ਤਾਂ ਫੌਜ ਹੀ ਹੁੰਦੀ ਆ। ਸੋ ਤਜਰਬੇ ਦੇ ਵਿੱਚ ਮੇਰੇ ਕੋਲ ਕੋਈ ਕਮੀ ਹੋ ਸਕਦੀ ਹੈ ਜੀ। ਰਿਸੋਰਸਿਸ ਮੋਬਿਲਾਈਜੇਸ਼ਨ ਸਿਚੁਏਸ਼ਨ ਪੰਜਾਬ ਦੀ ਓਵਰਆਲ ਜੀ, ਜੇ ਆਪਾਂ ਦੇਖੀਏ ਲਾਅ ਐਂਡ ਆਰਡਰ ਦੇ ਤੌਰ ਤੇ ਜਾਂ ਹੋਰ ਕੁਝ ਤੁਹਾਡੇ ਸਾਹਮਣੇ ਜੀ। 5 ਸਾਲ ਮਹਾਰਾਜ ਸਾਹਿਬ ਨੇ ਚਲਾਈ, ਕੈਪਟਨ ਸਾਹਿਬ ਨੇ ਸਰਕਾਰ ਚਲਾਈ, ਉਸ ਤੋਂ ਪਹਿਲਾਂ 5 ਸਾਲ ਚਲਾਈ ਸੀ ਬਾਦਲ ਸਾਹਿਬ ਨੇ। ਆਹ ਪਰਿਸਥਿਤੀ ਤਾਂ ਕਦੀ ਆਪਾਂ ਦੇਖਣ ਨੂੰ ਦੇਖੀ ਨਹੀਂ ਨਾ ਜੀ, ਜਿਹੜੀ ਹੁਣ ਪਿੱਛੇ ਹੋਈ ਹੈ ਜੀ। ਇਹਦਾ ਕਾਰਨ ਕੀ ਹੈ ਕੀ ਨਹੀਂ ਹੈ ਤੁਹਾਡੇ ਸਾਹਮਣੇ ਜੀ। ਮੈਂ ਤੁਸੀਂ ਜ਼ਿਆਦਾ ਜਾਣਦੇ ਹੋ। ਫਰੀ ਵੀਜ਼ ਦਾ ਬਹੁਤ ਰੌਲਾ ਪੈਂਦਾ, ਖੈਰ ਬੀਜੇਪੀ ਦੇ ਖਿਲਾਫ ਆ, ਈਵਨ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ, ਤੇ ਇਹਨੂੰ ਜ਼ਿਆਦਾਤਰ ਆਮ ਆਦਮੀ ਪਾਰਟੀ ਨੇ ਹੀ ਫਲੈਸ਼ ਕਰ ਦਿੱਤਾ। ਉਹਨੂੰ ਲੱਗਦਾ ਵੀ ਇਹ ਜਾਰੀ ਰਹਿਣੀ ਚਾਹੀਦੀਆਂ ਕਿ ਵੈਸੇ ਲੋਕਾਂ ਨੂੰ ਲੁਭਾਉਣ ਲਈ ਆ ਵੋਟਰਾਂ ਤੱਕ ਹੀ? ਦੇਖੋ ਹੈ ਜਿੰਨੇ ਵਾਅਦੇ ਕੀਤੇ ਉਹ ਦਿਸਦੇ ਤਾਂ ਹੈਗੇ ਸਾਨੂੰ, ਆਪਾਂ ਹੈ ਤਾਂ ਵੋਟਾਂ ਵਾਸਤੇ, ਪਰ ਕਈ ਚੀਜ਼ਾਂ ਐਸੀਆਂ ਨੇ ਜਿਹੜੀ ਕਿਸ ਸੈਕਸ਼ਨਸ ਆਫ ਸੋਸਾਇਟੀ ਬਾਹਲੀਆਂ ਵੀਕ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਕਿਸੇ ਇਕਨੋਮਿਕ ਅਸਿਸਟੈਂਸ ਦੀ, ਚਾਹੇ ਉਹ ਫਰੀਬੀ ਦੇ ਰਾਹੀਂ ਹੋਵੇ, ਚਾਹੇ ਉਹ ਹੋਰ ਕੋਈ ਵਜ਼ੀਫੇ ਹੋਣ ਉਹਨਾਂ ਦੇ ਰਾਹੀਂ ਹੋਵੇ। ਜ਼ਰੂਰ ਇੱਕ ਜ਼ਿੰਮੇਦਾਰ ਸਰਕਾਰ ਨੂੰ, ਮਤਲਬ ਵੀਕਰ ਸੈਕਸ਼ਨ ਜੋ ਜਿਹਨੂੰ ਮਿਲਣੀ ਚਾਹੀਦੀ ਹੈ ਉਹਨੂੰ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਨਹੀਂ, ਸਾਰਿਆਂ ਨੂੰ ਮਿਲਣ ਅਗਰ ਜ਼ਰੂਰਤ ਪਏ ਇਕਨੋਮਿਕ ਬੇਸਿਸ ਤੇ। ਮੈਂ ਕਾਸਟ ਬੇਸਿਸ ਜਾਂ ਹਾਂਜੀ ਇਕਨੋਮਿਕ ਬੇਸਿਸ ਤੇ, ਸੋਸ਼ਲ ਬੇਸਿਸ ਤੇ ਨਹੀਂ ਕਹਿ ਰਿਹਾ, ਮੈਂ ਇਕਨੋਮਿਕ ਬੇਸਿਸ ਦੀ ਕਰ ਰਿਹਾ। ਇਕਨੋਮਿਕ ਬੇਸਿਸ ਤੇ ਚਾਹੇ ਕੋਈ ਹੋਵੇ, ਅਗਰ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਜ਼ਰੂਰ ਸਰਕਾਰ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਦੇਖਣਾ ਚਾਹੀਦਾ ਕਿ ਕਿਵੇਂ ਇੱਕ ਪ੍ਰੈਕਟੀਕਲ ਤਰੀਕੇ ਨਾਲ ਉਹ ਦੇ ਸਕੀਏ, ਔਰ ਉਸ ਦੇ ਉੱਤੇ ਵਿਸ਼ਲੇਸ਼ਣ ਹੋਣਾ ਚਾਹੀਦਾ। ਅਸਲੀ ਹੱਕਦਾਰ ਉਹ ਹੋਣਾ ਚਾਹੀਦਾ ਹੈ। ਬਿਲਕੁਲ। ਅਕਾਲੀ ਦਲ ਦੇ ਜੇ ਆਪਾਂ ਕਹੀਏ ਸਟੇਲਵਰਟ ਸੀਗੇ, ਹੁਣੇ ਥੋੜੇ ਦਿਨ ਪਹਿਲਾਂ ਹੀ ਚੜ੍ਹਾਈ ਕਰ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਉਸ ਤੋਂ ਬਾਅਦ ਵਾਲੀ ਸਥਿਤੀ ਜਾਂ ਉਸ ਤੋਂ ਪਹਿਲਾਂ ਵਾਲੀ ਸਥਿਤੀ ਜਲੰਧਰ ਦੇ ਵਿੱਚ ਅਕਾਲੀ ਦਲ ਨੂੰ ਕਿਵੇਂ ਦੇਖਦੇ ਜੀ? ਮੈਂ ਸਮਝਦਾ ਕਿ ਇਹ ਇੱਕ ਪਰਿਵਾਰ ਦੇ ਵਾਸਤੇ ਬਹੁਤ ਬੜਾ ਲਾਸ ਹੋਇਆ ਜੀ। ਸਰਦਾਰ ਪ੍ਰਕਾਸ਼ ਸਿੰਘ ਸਾਡੇ 5 ਵਾਰ ਮੁੱਖ ਮੰਤਰੀ ਰਹੇ ਨੇ ਜੀ। ਮੈਂ ਵੀ ਉਹਨਾਂ ਨੂੰ 1-2 ਵਾਰ
ਮੇਰੀ ਉਹਨਾਂ ਦੀ ਹਾਜ਼ਰੀ 'ਚ ਮੈਂ ਵੀ ਪੇਸ਼ ਹੋਇਆ ਸੀ ਜੀ। ਮੈਂ ਨਹੀਂ ਸਮਝਦਾ ਕਿ ਇਸ ਨੂੰ ਕਿਸੇ ਤਰ੍ਹਾਂ ਨਾਲ ਆਪਾਂ ਨੂੰ ਪੋਲੀਟੀਸਾਈਜ਼ ਕਰਨਾ ਚਾਹੀਦਾ ਜੀ। ਇਹ ਪੀੜ ਦਾ ਸਮੇਂ ਹੈਗਾ ਪਰਿਵਾਰ ਦੇ ਵਾਸਤੇ। ਬਿਲਕੁਲ ਠੀਕ ਹੈ। ਤੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਆਪਣਾ ਸਾਰਾ ਮਨੋ ਤਨੋਂ ਆਪਣਾ ਜਿਹੜਾ ਹੈਗਾ ਸਹਿਯੋਗ ਪਰਿਵਾਰ ਤੇ ਉਹਨਾਂ ਦੀ ਸ਼ਾਂਤੀ, ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਪ੍ਰਗਟ ਕਰਨਾ ਚਾਹੀਦਾ, ਔਰ ਇਸ ਦੇ ਵਿੱਚ ਕੋਈ ਸਿਆਸਤ ਹਲੀ ਆਪਾਂ ਨੂੰ ਦੇਖਣੀ ਨਹੀਂ ਚਾਹੀਦੀ। ਜਾਂਦੇ ਜਾਂਦੇ ਇੱਕ ਸਾਡੇ ਅਜੀਤ ਦੇ ਮਾਧਿਅਮ ਰਾਹੀਂ ਅਗਰ ਜਲੰਧਰ ਦੇ ਓਵਰਆਲ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਤਾਂ ਜੀ? ਲਾਰੇ ਲੱਪਿਆਂ ਤੋਂ ਨਾ ਆਇਓ ਜੀ। ਇਹ ਦੇਖੋ ਕਿ ਤੁਹਾਡੇ ਵਾਸਤੇ ਔਰ ਤੁਹਾਡੇ ਪ੍ਰਾਂਤ ਵਾਸਤੇ ਇਹ ਇਲੈਕਸ਼ਨ ਕੱਲੀ ਨਹੀਂ ਹੈ, ਇਹ ਤਾਂ 6 ਮਹੀਨਿਆਂ ਨੂੰ 8 ਮਹੀਨਿਆਂ ਨੂੰ ਸੈਮੀਫਾਈਨਲ ਹੈ 2024 ਦਾ। ਇਹ ਦੇਖੋ ਕਿ ਤੁਸੀਂ ਇਸ ਰਿਪਰੈਜ਼ੈਂਟੇਸ਼ਨ ਦੇ ਰਾਹੀਂ ਕਿਆ ਸੁਨੇਹਾ ਭੇਜ ਸਕਦੇ ਹੋ ਦਿੱਲੀ ਜੀ ਕਿ ਆਉਣ ਵਾਲੀ ਜਿਹੜੀ ਹੁਕੂਮਤ ਹੋਵੇ ਉਹਦੇ ਵਿੱਚ ਤੁਹਾਡਾ ਹਿੱਸਾ ਪਏ ਜੀ, ਤੇ ਪੰਜਾਬ ਤੇ ਜਲੰਧਰ ਵਾਸਤੇ ਅਸਲੀਅਤ ਰੂਪ ਦੇ ਰੂਪ 'ਚ ਕੌਣ ਤੁਹਾਨੂੰ ਕੋਈ ਮਾਲੀ ਤੇ ਸੋਸ਼ਲ ਫਾਇਦਾ ਦੇ ਸਕੇ। ਲੋਕਲ ਸਰਕਾਰ ਜਿਹੜੀ ਹੈਗੀ ਹੈ ਉਹਦੀ ਹੈਗੀ ਹੈ ਘੱਗਰ ਤੱਕ ਮਾਰ ਜੀ। ਇਹ ਦੇਖੋ ਕਿ ਤੁਸੀਂ ਘੱਗਰ ਤੋਂ ਅੱਗੇ ਕਿਵੇਂ ਜਾ ਸਕਦੇ ਜੀ। ਬਿਲਕੁਲ ਜੀ। ਇਹ ਸਨ ਸਾਡੇ ਨਾਲ ਰਣਿੰਦਰ ਸਿੰਘ ਜੀ। ਤੇ ਰਣਿੰਦਰ ਜੀ, ਤੁਸੀਂ ਬਹੁਤ ਸੰਖੇਪ ਸਮੇਂ ਦੇ ਵਿੱਚ ਭਰਪੂਰ ਜਾਣਕਾਰੀ ਦਿੱਤੀ। ਤੁਹਾਡਾ ਅਜੀਤ ਵੈਬ ਟੀਵੀ ਤੇ ਆਉਣ ਦਾ ਬਹੁਤ ਧੰਨਵਾਦ ਜੀ। ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਵੀ ਇਸੇ ਤਰ੍ਹਾਂ ਧੰਨਵਾਦ। ਬਣੇ ਰਹੋ ਜੀ। ਤੁਹਾਨੂੰ ਫੇਰ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਉਂਦੇ ਰਹਾਂਗੇ। ਤਦ ਤੱਕ ਦਿਓ ਇਜਾਜ਼ਤ। ਸ਼ੁਕਰੀਆ।